ਸਤਿ ਸ੍ਰੀ ਅਕਾਲ ਜੀ। ਕਹਿੰਦੇ ਨੇ ਜੇ ਕਿਸੇ ਦੇਸ਼ ਦੀ ਨਬਜ਼ ਫੜਨੀ ਹੋਵੇ ਨਾ ਤਾਂ ਬਸ ਉਹਦੀਆਂ ਖਬਰਾਂ ਦੀਆਂ ਸੁਰਖੀਆਂ ਤੇ ਨਜ਼ਰ ਮਾਰ ਲਓ। ਪਰ ਕਦੇ ਸੋਚਿਆ ਜੇ ਆਪਾਂ ਇੱਕੋ ਮਹੀਨੇ ਦੀਆਂ ਸਾਰੀਆਂ ਸੁਰਖੀਆਂ ਇਕੱਠੀਆਂ ਕਰ ਲਈਏ ਤਾਂ ਕੀ ਹੋਵੇਗਾ? ਕੀ ਇਹ ਸਿਰਫ ਅਲੱਗ-ਅਲੱਗ ਘਟਨਾਵਾਂ ਹੋਣਗੀਆਂ ਜਾਂ ਫਿਰ ਇਹ ਸਾਰੀਆਂ ਮਿਲ ਕੇ ਕੋਈ ਵੱਡੀ ਕਹਾਣੀ ਬਣਾ ਰਹੀਆਂ ਨੇ? ਚਲੋ ਫਿਰ ਅੱਜ ਆਪਾਂ ਇਹੀ ਕਰਦੇ ਹਾਂ। ਜਨਵਰੀ 2026 ਦੀਆਂ ਕੁਝ ਖਾਸ ਖਬਰਾਂ ਚੁੱਕਦੇ ਹਾਂ ਤੇ ਦੇਖਦੇ ਹਾਂ ਕਿ ਭਾਰਤ ਦੇ ਆਉਣ ਵਾਲੇ ਕੱਲ੍ਹ ਦੀ ਤਸਵੀਰ ਕਿਹੋ ਜਿਹੀ ਦਿਸਦੀ ਹੈ। ਇਹੀ ਉਹ ਵੱਡਾ ਸਵਾਲ ਹੈ ਜਿਸ ਦਾ ਜਵਾਬ ਅਸੀਂ ਅੱਜ ਲੱਭਣ ਦੀ ਕੋਸ਼ਿਸ਼ ਕਰਾਂਗੇ। ਕੀ ਇਹ ਖਬਰਾਂ ਸਿਰਫ ਰੋਜ਼ ਦੀਆਂ ਆਮ ਘਟਨਾਵਾਂ ਨੇ ਜਾਂ ਫਿਰ ਇਹ ਸਾਨੂੰ ਭਾਰਤ ਦੇ ਆਉਣ ਵਾਲੇ ਕੱਲ੍ਹ ਬਾਰੇ ਕੋਈ ਡੂੰਘਾ ਇਸ਼ਾਰਾ ਦੇ ਰਹੀਆਂ ਨੇ? ਆਓ ਇਸ ਪਹੇਲੀ ਦੇ ਸਾਰੇ ਟੁਕੜਿਆਂ ਨੂੰ ਇੱਕ-ਇੱਕ ਕਰਕੇ ਜੋੜੀਏ। ਦੇਖੋ, ਕਿਸੇ ਵੀ ਮਜ਼ਬੂਤ ਦੇਸ਼ ਦੀ ਨੀਂਹ ਉਸ ਦੇ ਆਪਣੇ ਲੋਕ ਹੁੰਦੇ ਨੇ। ਤਾਂ ਫਿਰ ਆਓ ਸਭ ਤੋਂ ਪਹਿਲਾਂ ਉਹਨਾਂ ਖਬਰਾਂ ਤੇ ਇੱਕ ਨਜ਼ਰ ਮਾਰੀਏ ਜਿਹੜੀਆਂ ਸਿੱਧਾ ਨਾਗਰਿਕਾਂ ਦੀ ਭਲਾਈ ਅਤੇ ਉਹਨਾਂ ਦੇ ਭਵਿੱਖ ਨਾਲ ਜੁੜੀਆਂ ਹੋਈਆਂ ਹਨ। ਇੱਥੇ ਨਾ ਇੱਕ ਬੜਾ ਦਿਲਚਸਪ ਪੈਟਰਨ ਸਾਹਮਣੇ ਆਉਂਦਾ ਹੈ। ਧਿਆਨ ਨਾਲ ਦੇਖੋ। ਇੱਕ ਪਾਸੇ ਬਜ਼ੁਰਗਾਂ ਲਈ ਪੈਨਸ਼ਨ ਯੋਜਨਾ ਨੂੰ ਅੱਗੇ ਵਧਾ ਕੇ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਪੱਕੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਵਿੱਚ ਯਾਨੀ ਕਿ ਬਿਲਕੁਲ ਸ਼ੁਰੂਆਤ ਵਿੱਚ ਨਿਵੇਸ਼ ਹੋ ਰਿਹਾ ਹੈ। ਇਹ ਦੱਸਦਾ ਹੈ ਕਿ ਦੇਸ਼ ਆਪਣੀ ਮੌਜੂਦਾ ਪੀੜ੍ਹੀ ਦਾ ਖਿਆਲ ਤਾਂ ਰੱਖ ਹੀ ਰਿਹਾ ਹੈ, ਨਾਲ-ਨਾਲ ਆਉਣ ਵਾਲੀ ਪੀੜ੍ਹੀ ਦੀ ਇੱਕ ਮਜ਼ਬੂਤ ਨੀਂਹ ਵੀ ਰੱਖ ਰਿਹਾ ਹੈ। ਤੇ ਇਹ ਨੀਂਹ ਸਿਰਫ ਪੈਸੇ ਧੇਲੇ ਦੀ ਨਹੀਂ, ਸੱਭਿਆਚਾਰਕ ਵੀ ਹੈ। ਓਡੀਸ਼ਾ ਦੀ ਇਹ ਸਕੀਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਸਿੱਖਿਆ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਬੱਚੇ ਆਪਣੀ ਮਾਂ ਬੋਲੀ ਵਿੱਚ ਸੋਚਦੇ ਤੇ ਸਿੱਖਦੇ ਨੇ। ਇਹ ਸਿਰਫ ਪੜ੍ਹਾਈ ਦਾ ਮਾਮਲਾ ਨਹੀਂ, ਇਹ ਤਾਂ ਆਪਣੀਆਂ ਜੜ੍ਹਾਂ ਨਾਲ ਜੁੜਨ ਤੇ ਇੱਕ ਮਜ਼ਬੂਤ ਪਹਿਚਾਣ ਬਣਾਉਣ ਦਾ ਤਰੀਕਾ ਵੀ ਹੈ। ਇੱਕ ਮਜ਼ਬੂਤ ਨੀਂਹ ਤੇ ਹੀ ਤਾਂ ਉੱਚੀਆਂ ਇਮਾਰਤਾਂ ਖੜੀਆਂ ਹੁੰਦੀਆਂ ਨੇ, ਹੈ ਨਾ? ਤਾਂ ਚਲੋ ਹੁਣ ਉਹਨਾਂ ਖਬਰਾਂ ਵੱਲ ਵਧਦੇ ਹਾਂ ਜੋ ਭਾਰਤ ਦੀਆਂ ਭਵਿੱਖ ਦੀਆਂ ਉਡਾਨਾਂ ਬਾਰੇ ਦੱਸਦੀਆਂ ਨੇ, ਯਾਨੀ ਕਿ ਟੈਕਨੋਲੋਜੀ, ਵਪਾਰ ਅਤੇ ਦੁਨੀਆ ਨਾਲ ਰਿਸ਼ਤਿਆਂ ਦੇ ਖੇਤਰ ਵਿੱਚ। 6ਵਾਂ ਨੰਬਰ, ਏਸ਼ੀਆ ਵਿੱਚ। ਹੁਣ ਇਹ ਸਿਰਫ ਇੱਕ ਨੰਬਰ ਨਹੀਂ ਹੈ, ਇਹ ਤਾਂ ਇੱਕ ਵੱਡਾ ਬਿਆਨ ਹੈ। ਇਹ ਸਿੱਧਾ ਦੱਸ ਰਿਹਾ ਹੈ ਕਿ ਇਸ ਇਲਾਕੇ ਵਿੱਚ ਭਾਰਤ ਦੀ ਆਰਥਿਕ ਤਾਕਤ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ। ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਹੋਰ ਨੌਕਰੀਆਂ, ਦੁਨੀਆ ਭਰ ਵਿੱਚ ਚੀਜ਼ਾਂ ਭੇਜਣ ਵਿੱਚ ਵੱਡਾ ਰੋਲ। ਤੇ ਸਭ ਤੋਂ ਵੱਡੀ ਗੱਲ, ਇੱਕ ਦੇਸ਼ ਜਿਹੜਾ ਹੁਣ ਸਿਰਫ ਸਰਵਿਸਿਜ਼ ਤੇ ਨਹੀਂ ਬਲਕਿ ਖੁਦ ਚੀਜ਼ਾਂ ਬਣਾਉਣ ਤੇ ਯਾਨੀ ਕਿ ਮੈਨੂਫੈਕਚਰਿੰਗ ਤੇ ਪੂਰਾ ਜ਼ੋਰ ਲਾ ਰਿਹਾ ਹੈ। ਪਰ ਇਹ ਕਹਾਣੀ ਸਿਰਫ ਫੈਕਟਰੀਆਂ ਤੇ ਮਸ਼ੀਨਾਂ ਦੀ ਨਹੀਂ ਹੈ, ਇਹ ਦਿਮਾਗ ਦੀ ਵੀ ਹੈ। ਨਵੀਂ ਦਿੱਲੀ ਵਿੱਚ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਏਡਾ ਵੱਡਾ ਸਮਿਟ ਹੋਣਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਭਾਰਤ ਸਿਰਫ ਅੱਜ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਰਿਹਾ, ਸਗੋਂ ਕੱਲ੍ਹ ਦੀ ਦੁਨੀਆ ਨੂੰ ਬਦਲਣ ਵਾਲੀ ਟੈਕਨੋਲੋਜੀ ਦੀ ਦੌੜ ਵਿੱਚ ਵੀ ਪੂਰੀ ਤਰ੍ਹਾਂ ਸ਼ਾਮਿਲ ਹੋ ਰਿਹਾ ਹੈ। ਅਤੇ ਇਹ ਵੱਡੀਆਂ ਸੋਚਾਂ ਦੇਸ਼ ਦੀਆਂ ਸਰਹੱਦਾਂ ਤੱਕ ਹੀ ਨਹੀਂ ਰੁਕਦੀਆਂ। UAE ਨਾਲ ਇਹ ਰਣਨੀਤਿਕ ਸਾਂਝੇਦਾਰੀ ਇਸ ਦੀ ਇੱਕ ਬਹੁਤ ਵਧੀਆ ਮਿਸਾਲ ਹੈ। ਗੱਲ ਸਿਰਫ 2032 ਤੱਕ ਵਪਾਰ ਨੂੰ ਦੁੱਗਣਾ ਕਰਨ ਦੀ ਨਹੀਂ, ਸਗੋਂ ਅੱਤਵਾਦ ਵਰਗੀਆਂ ਸਾਂਝੀਆਂ ਮੁਸ਼ਕਲਾਂ ਦਾ ਮਿਲ ਕੇ ਸਾਹਮਣਾ ਕਰਨ ਦੀ ਵੀ ਹੈ। ਇਹ ਦੱਸਦਾ ਹੈ ਕਿ ਭਾਰਤ ਦੁਨੀਆ ਦੇ ਮੰਚ ਤੇ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਸਾਥੀ ਵਜੋਂ ਉੱਭਰ ਰਿਹਾ ਹੈ। ਤੇ ਜਦੋਂ ਇੱਛਾਵਾਂ ਦੀ ਗੱਲ ਹੋਵੇ ਤਾਂ ਅਸਮਾਨ ਵੀ ਕੋਈ ਹੱਦ ਨਹੀਂ ਹੁੰਦੀ। ਜ਼ਮੀਨ ਤੋਂ ਲੈ ਕੇ ਹੁਣ ਸਿੱਧਾ ਅਸਮਾਨ ਤੱਕ। ਆਂਧਰਾ ਪ੍ਰਦੇਸ਼ ਵਿੱਚ ਇੱਕ ਨਵੀਂ ਸੈਟੇਲਾਈਟ ਲਾਂਚ ਕਰਨ ਦੀ ਸਹੂਲਤ ਬਣਾਉਣਾ ਸਿਰਫ ਇੱਕ ਪ੍ਰੋਜੈਕਟ ਨਹੀਂ, ਇਹ ਤਾਂ ਸਪੇਸ ਦੀ ਦੁਨੀਆ ਵਿੱਚ ਇੱਕ ਵੱਡੇ ਛਾਲ ਮਾਰਨ ਦਾ ਇਰਾਦਾ ਹੈ। ਸਹੀ ਮਾਇਨਿਆਂ ਵਿੱਚ ਤਾਰਿਆਂ ਤੱਕ ਪਹੁੰਚਣ ਦੀ ਗੱਲ ਹੈ। ਪਰ ਇੱਕ ਦੇਸ਼ ਸਿਰਫ ਆਰਥਿਕਤਾ ਅਤੇ ਟੈਕਨੋਲੋਜੀ ਨਾਲ ਹੀ ਤਾਂ ਨਹੀਂ ਬਣਦਾ, ਉਹਦੀ ਇੱਕ ਆਪਣੀ ਰੂਹ ਹੁੰਦੀ ਹੈ, ਇੱਕ ਪਹਿਚਾਣ ਹੁੰਦੀ ਹੈ। ਤਾਂ ਆਓ ਹੁਣ ਦੇਖਦੇ ਹਾਂ ਕਿ ਜਨਵਰੀ 2026 ਵਿੱਚ ਭਾਰਤ ਨੇ ਆਪਣੀ ਇਸ ਪਹਿਚਾਣ ਦਾ ਜਸ਼ਨ ਕਿਵੇਂ ਮਨਾਇਆ। ਕ੍ਰਿਕਟ ਭਾਰਤ ਵਿੱਚ ਇਹ ਸਿਰਫ ਇੱਕ ਖੇਡ ਥੋੜੀ ਹੈ, ਇਹ ਤਾਂ ਇੱਕ ਜਜ਼ਬਾ ਹੈ। ਵਿਦਰਭ ਦੀ ਇਹ ਇਤਿਹਾਸਿਕ ਜਿੱਤ ਸਿਰਫ ਇੱਕ ਟਰਾਫੀ ਜਿੱਤਣਾ ਨਹੀਂ ਹੈ, ਇਹ ਉਸ ਇਲਾਕੇ ਦੇ ਮਾਣ ਦਾ ਪ੍ਰਤੀਕ ਹੈ ਅਤੇ ਸਾਨੂੰ ਯਾਦ ਦਿਲਵਾਉਂਦਾ ਹੈ ਕਿ ਕਿਵੇਂ ਖੇਡਾਂ ਲੱਖਾਂ ਕਰੋੜਾਂ ਲੋਕਾਂ ਨੂੰ ਇੱਕ ਦੂਜੇ ਨਾਲ ਜੋੜ ਸਕਦੀਆਂ ਨੇ ਤੇ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜਾ ਸਕਦੀਆਂ ਨੇ। ਤੇ ਜਸ਼ਨ ਦਾ ਇਹ ਸਿਲਸਿਲਾ ਖੇਡ ਦੇ ਮੈਦਾਨ ਤੋਂ ਸਿੱਧਾ ਕਲਾ ਦੇ ਮੰਚ ਤੱਕ ਪਹੁੰਚਦਾ ਹੈ। ਜਦੋਂ ਕੋਈ ਦੇਸ਼ ਆਪਣੇ ਕਲਾਕਾਰਾਂ ਦਾ ਸਨਮਾਨ ਕਰਦਾ ਹੈ ਨਾ, ਤਾਂ ਉਹ ਅਸਲ ਵਿੱਚ ਆਪਣੀ ਰੂਹ ਦਾ ਸਨਮਾਨ ਕਰ ਰਿਹਾ ਹੁੰਦਾ ਹੈ। ਇਲੀਆ ਰਾਜਾ ਵਰਗੇ ਮਹਾਨ ਸੰਗੀਤਕਾਰ ਨੂੰ ਸਨਮਾਨ ਦੇਣਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਲਾ ਹੀ ਤਾਂ ਹੈ ਜੋ ਕਿਸੇ ਦੇਸ਼ ਦੀ ਵਿਰਾਸਤ ਨੂੰ ਹਮੇਸ਼ਾ ਜ਼ਿੰਦਾ ਰੱਖਦੀ ਹੈ। ਅਤੇ ਆਖਿਰ ਵਿੱਚ ਇੱਕ ਅਜਿਹੀ ਖਬਰ ਜੋ ਭਾਰਤ ਦੀ ਦੁਨੀਆ ਭਰ ਵਿੱਚ ਪਹੁੰਚ ਨੂੰ ਦਰਸਾਉਂਦੀ ਹੈ। ਇਹ ਸਿਰਫ ਇੱਕ ਜਹਾਜ਼ ਦਾ ਸਫ਼ਰ ਨਹੀਂ ਹੈ, ਇਹ ਦੁਨੀਆ ਨੂੰ ਭਾਰਤ ਦੇ ਅਮੀਰ ਸਮੁੰਦਰੀ ਇਤਿਹਾਸ ਔਰ ਉਹਦੀ ਅੱਜ ਦੀ ਤਾਕਤ ਦਾ ਸੁਨੇਹਾ ਦੇਣ ਦਾ ਇੱਕ ਤਰੀਕਾ ਹੈ। 10 ਮਹੀਨਿਆਂ ਤੱਕ ਦੁਨੀਆ ਦੇ ਸਮੁੰਦਰਾਂ ਵਿੱਚ ਘੁੰਮ ਕੇ ਇਹ ਜਹਾਜ਼ ਗਲੋਬਲ ਸਟੇਜ ਤੇ ਭਾਰਤ ਦੀ ਵਧ ਰਹੀ ਮੌਜੂਦਗੀ ਦਾ ਇੱਕ ਜਿਉਂਦਾ ਜਾਗਦਾ ਸਬੂਤ ਬਣੇਗਾ। ਤਾਂ ਫਿਰ ਪੈਨਸ਼ਨ ਸਕੀਮਾਂ, AI ਸਮਿਟ, ਕ੍ਰਿਕਟ ਦੀ ਜਿੱਤ
ਅਤੇ ਸਪੇਸ ਮਿਸ਼ਨ, ਇਹ ਸਭ ਸ਼ਾਇਦ ਵੱਖ-ਵੱਖ ਖਬਰਾਂ ਲੱਗ ਸਕਦੀਆਂ ਨੇ, ਪਰ ਹੁਣ ਜਦੋਂ ਅਸੀਂ ਇਹਨਾਂ ਸਾਰੇ ਟੁਕੜਿਆਂ ਨੂੰ ਇਕੱਠਾ ਕਰਦੇ ਹਾਂ ਤਾਂ ਇੱਕ ਬਹੁਤ ਵੱਡੀ ਅਤੇ ਸਾਫ਼ ਤਸਵੀਰ ਸਾਹਮਣੇ ਆਉਂਦੀ ਹੈ। ਤਾਂ ਫਿਰ ਜਨਵਰੀ 2026 ਦੀ ਕਹਾਣੀ ਅਸਲ ਵਿੱਚ ਹੈ ਕੀ? ਇਹ ਇੱਕ ਅਜਿਹੇ ਦੇਸ਼ ਦੀ ਕਹਾਣੀ ਹੈ ਜੋ ਇੱਕੋ ਸਮੇਂ ਤੇ ਕਈ ਮੋਰਚਿਆਂ ਤੇ ਕੰਮ ਕਰ ਰਿਹਾ ਹੈ। ਉਹ ਆਪਣੇ ਲੋਕਾਂ ਦੀ ਦੇਖਭਾਲ ਕਰ ਰਿਹਾ ਹੈ, ਟੈਕਨੋਲੋਜੀ ਦੀ ਮਦਦ ਨਾਲ ਭਵਿੱਖ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਦੁਨੀਆ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰ ਰਿਹਾ ਹੈ ਅਤੇ ਆਪਣੀ ਸੱਭਿਆਚਾਰਕ ਪਛਾਣ ਤੇ ਮਾਣ ਵੀ ਕਰ ਰਿਹਾ ਹੈ। ਇਹੀ ਸੰਤੁਲਨ, ਇਹੀ ਬੈਲੈਂਸ ਇਸ ਮਹੀਨੇ ਦੀਆਂ ਸੁਰਖੀਆਂ ਦਾ ਅਸਲ ਨਿਚੋੜ ਹੈ। ਤੇ ਹੁਣ ਆਖਰੀ ਸਵਾਲ, ਜੇ ਸਿਰਫ ਇੱਕ ਮਹੀਨੇ ਦੀਆਂ ਗਿਣੀਆਂ-ਚੁਣੀਆਂ ਖਬਰਾਂ ਤੋਂ ਭਾਰਤ ਦੀ ਇੰਨੀ ਦਮਦਾਰ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ, ਤਾਂ ਜ਼ਰਾ ਸੋਚ ਕੇ ਦੇਖੋ, ਆਉਣ ਵਾਲਾ ਪੂਰਾ ਦਹਾਕਾ ਉਹ ਕਿਹੋ ਜਿਹੀ ਕਹਾਣੀ ਲਿਖਣ ਜਾ ਰਿਹਾ ਹੈ? ਇਸ ਸਵਾਲ ਤੇ ਸੋਚ ਵਿਚਾਰ ਜ਼ਰੂਰ ਕਰਿਓ। ਸਾਡੇ ਨਾਲ ਜੁੜਨ ਲਈ ਬਹੁਤ